ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ 9ਵੇਂ ਦੇ ਚੌਥੇ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ 9ਵਾਂ। ਸਾਧੋ ਏ ਮਨ ਗਇਓ ਨ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ ਰਹਾਓ। ਸਾਧੋ ਏ ਮਨ ਗਇਓ ਨ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ ਰਾਓ। ਕਠਨ ਕ੍ਰੋਧ ਘਟ ਹੀ ਕੇ ਭੀਤਰ, ਜੇ ਸੁਧ ਸਭ ਬਿਸਰਾਈ। ਰਤਨ ਗਿਆਨ ਸਭ ਕੋ ਹਰ ਲੀਨਾ, ਤਾਂ ਸੋ ਕੁਛ ਨਾ ਬਸਾਈ। ਕਠਨ ਕ੍ਰੋਧ ਘਟ ਹੀ ਕੇ ਭੀਤਰ, ਜੇ ਸੁਧ ਸਭ ਬਿਸਰਾਈ। ਰਤਨ ਗਿਆਨ ਸਭ ਕੋ ਹਰ ਲੀਨਾ, ਤਾਂ ਸੋ ਕੁਛ ਨਾ ਬਸਾਈ। ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਜਨ ਨਾਨਕ ਹਰ ਪੈ ਦਿਆਲਾ, ਤੋ ਸਭ ਵਿਦ ਬਨ ਆਈ। ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਜਨ ਨਾਨਕ ਹਰ ਪੈ ਦਿਆਲਾ, ਤਿਉ ਸਭ ਬਿਦ ਬਨ ਆਈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਹੇ ਗੁਰਮੁਖ ਸਾਧੋ, ਇਹ ਮਨੁੱਖੀ ਮਨ ਜਲਦੀ ਪਕੜ ਵਿੱਚ ਨਹੀਂ ਆ ਸਕਦਾ, ਭਾਵ ਕਾਬੂ ਵਿੱਚ ਨਹੀਂ ਆ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਇਹਦਾ ਕਾਰਨ ਕੀ ਹੈ ਕਿ ਮਨ ਕਾਬੂ ਵਿੱਚ ਨਹੀਂ ਆ ਸਕਦਾ। ਕਹਿੰਦੇ ਹਨ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਰਹਿਓ ਨਾ ਰਹਾਈ। ਭਾਵ ਇਸ ਦੇ ਨਾਲ ਚੰਚਲ ਤ੍ਰਿਸ਼ਨਾ, ਚਮਕਾਰੇ ਵਾਲੀ ਤ੍ਰਿਸ਼ਨਾਵਾਂ ਦੇ ਨਾਲ ਹੀ ਰਹਿੰਦਾ ਹੈ, ਭਾਵ ਇਹਦੇ ਅੰਦਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਕਰਕੇ ਇਹ ਟਿਕਾਅ ਵਿੱਚ ਨਹੀਂ ਰਹਿ ਸਕਦਾ ਜੀ। ਭਾਵ ਇਸ ਮਨੁੱਖਾ ਮਨ ਨੂੰ ਪਕੜ ਵਿੱਚ ਲਿਆਉਣਾ ਆਸਾਨ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਇਸ ਮਨ ਦੇ ਅੰਦਰ ਤ੍ਰਿਸ਼ਨਾਵਾਂ ਤੇ ਵਿਕਾਰ ਵਸਦੇ ਹਨ ਜੀ, ਜਿਨ੍ਹਾਂ ਨੂੰ ਕਾਬੂ 'ਚ ਲਿਆਉਣਾ ਬੜਾ ਮੁਸ਼ਕਿਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵ ਮਨੁੱਖ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਕ੍ਰੋਧ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਨੇ ਇਸ ਦੀ ਸਾਰੀ ਸੁੱਧ, ਭਾਵ ਸੋਝੀ, ਹਵਾਸ ਮਾਰ ਦਿੱਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਅੰਦਰ ਪਰਮੇਸ਼ਰ ਜੋ ਗੁਰੂਆਂ ਦਾ ਬਖਸ਼ਿਆ ਹੋਇਆ ਸਾਡੇ ਸਿੱਖੀ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪੀ ਗਿਆਨ ਰੂਪੀ ਰਤਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਮਨ ਨੇ, ਸਾਡੇ ਕ੍ਰੋਧ ਨੇ ਸਾਡੇ ਮਨ ਵਿੱਚੋਂ ਇਸ ਨੂੰ, ਹਿਰਦੇ ਵਿੱਚੋਂ ਇਸ ਨੂੰ ਚੁਰਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਕਿਸੇ ਦਾ ਕੁਝ ਵੀ ਹੋਰ ਵਸ ਨਹੀਂ ਚੱਲਦਾ ਜੀ। ਇਹ ਕ੍ਰੋਧ ਦੀ ਪਕੜ ਵਿੱਚ ਇੰਨਾ ਜ਼ਿਆਦਾ ਹੈ ਜੀ ਕਿ ਇਹਨੂੰ ਕੋਈ ਹੋਸ਼ ਨਹੀਂ ਰਹਿੰਦੀ ਜੀ, ਕਿਸੇ ਦੀ ਕੁਛ ਪੇਸ਼ ਨਹੀਂ ਜਾਂਦੀ ਜੀ। ਭਾਵ ਸਾਡੇ ਅੰਦਰ ਜੋ ਗੁਰਸ਼ਬਦ ਗੁਰਬਾਣੀ ਰੂਪ ਪਰਮੇਸ਼ਰ ਵਸਦਾ ਹੈ ਜੀ, ਅਸੀਂ ਪਰਮੇਸ਼ਰ ਦਾ ਹੀ ਇੱਕ ਅੰਸ਼ ਹਾਂ ਜੀ, ਅੰਸ਼ ਰਤਨ ਹਾਂ ਜੀ। ਗੁਰੂ ਜੀ ਕਹਿੰਦੇ ਹਨ ਇਸ ਕ੍ਰੋਧ ਨੇ ਉਸ ਇੰਨਾ ਪਕੜਿਆ ਹੋਇਆ ਹੈ ਜੀ ਕਿ ਸਾਨੂੰ ਉਹ ਨਜ਼ਰ ਨਹੀਂ ਆਉਂਦਾ ਜੀ। ਕਿਉਂਕਿ ਇਸ ਮਨ ਦੇ ਅੰਦਰ ਤ੍ਰਿਸ਼ਨਾਵਾਂ ਵਸਦੀਆਂ ਹਨ ਜੀ, ਤੇ ਅਸੀਂ ਆਪਣੇ ਅਸਲ ਨੂੰ ਭੁੱਲੇ ਹੋਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਰੇ ਜੋਗੀ ਲੋਕ ਜੋਗ ਰਾਹੀਂ ਆਪਣੇ ਯਤਨ ਕਰਦੇ ਕਰਦੇ ਹਾਰ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਕਈ ਗੁਣੀ ਲੋਕ ਗਿਆਨ ਦੇ ਗੁਣ ਗਾ ਕੇ ਵੀ ਹਾਰ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਉਹ ਵੀ
ਕ੍ਰੋਧ ਤੇ ਕਾਬੂ ਨਹੀਂ ਪਾ ਸਕੇ ਜੀ, ਤ੍ਰਿਸ਼ਨਾਵਾਂ ਤੇ ਕਾਬੂ ਨਹੀਂ ਪਾ ਸਕੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹਿਰਦੇ ਵਿੱਚ ਵਸੇ ਉਸ ਅਤੇ ਪਰਮੇਸ਼ਰ ਦਿਆਲੂ ਹੋਏ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਤ੍ਰਿਸ਼ਨਾ ਅਤੇ ਕ੍ਰੋਧ ਉੱਤੇ ਪਾਉਣ ਦੀਆਂ ਸਾਰੀਆਂ ਵਿਧੀਆਂ ਸਫਲ ਹੋ ਸਕਦੀਆਂ ਹਨ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਆਪਣੇ ਮਨ ਤੇ ਹਿਰਦੇ 'ਚ ਵਸਾਉਣਾ ਹੈ, ਮਨ ਨੂੰ ਕਾਬੂ 'ਚ ਲਿਆਉਣਾ ਹੈ। ਉਹ ਤ੍ਰਿਸ਼ਨਾਵਾਂ ਤੇ ਕਾਮ ਕ੍ਰੋਧ ਨੂੰ ਕਾਬੂ 'ਚ ਕਰਨਾ ਹੈ ਜੀ। ਉਹ ਤਾਂ ਹੀ ਹੋਏ ਸਗਾ ਜੀ ਜੇ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜੀਏ ਜੀ। ਤਾਂ ਹੀ ਅਸੀਂ ਉਸ ਪਰਮੇਸ਼ਰ ਨੂੰ ਜੋ ਸਾਡੇ ਅੰਦਰ ਹੀ ਹੈ ਜੀ ਪਛਾਣ ਸਕਾਂਗੇ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਮਨੁੱਖੀ ਚੰਚਲ ਮਨ ਨੂੰ ਕਾਬੂ ਕਰਨਾ ਬਹੁਤ ਬਹੁਤ ਔਖਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਮਨ ਚੰਚਲ ਕਿਉਂ ਹੈ ਜੀ? ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਇਸ ਮਨ ਦੇ ਅੰਦਰ ਤ੍ਰਿਸ਼ਨਾ ਵਸਦੀਆਂ ਹਨ ਜੀ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਤੇ ਥਿਰ ਨਾ ਰਹਾਈ ਰਾਵ। ਭਾਵ ਇਸ ਮਨ ਦੇ ਅੰਦਰ ਤ੍ਰਿਸ਼ਨਾ ਦੀ ਪਕੜ ਇੰਨੀ ਜ਼ਿਆਦਾ ਹੈ ਜੀ ਕਿ ਇਹਨੂੰ ਆਪਣੀ ਹੋਂਦ ਦਾ ਸੋਝੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਦੇ ਨਾਲ ਇਸ ਮਨ ਦੇ ਅੰਦਰ ਕ੍ਰੋਧ ਵੀ ਇਹਦਾ ਸਾਥੀ ਸੰਗੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਕ੍ਰੋਧ ਚੰਡਾਲ ਨੂੰ ਬੁੱਧੀ ਆਖਿਆ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਇਹ ਚੰਡਾਲ ਕ੍ਰੋਧ ਵਾਲੀ ਬੁੱਧੀ ਮਨ ਤੇ ਸਵਾਰ ਹੁੰਦੀ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਦੀ ਸੁੱਧ ਬੁੱਧ ਇਹ ਚੰਡਾਲ ਕ੍ਰੋਧ ਵਾਲੀ ਬੁੱਧੀ ਮਰ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋਗੀ ਤੇ ਗੁਣੀ ਗਿਆਨੀ ਜਨ ਤ੍ਰਿਸ਼ਨਾ ਅਤੇ ਕ੍ਰੋਧ ਉੱਤੇ ਕਾਬੂ ਪਾਉਣ ਲਈ ਬੜੇ ਬੜੇ ਸਾਧਨ ਯਤਨ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਉਹ ਇਹਨਾਂ ਉੱਤੇ ਕਾਬੂ ਨਹੀਂ ਪਾ ਸਕੇ ਜੀ। ਫਿਰ ਗੁਰੂ ਜੀ ਕਹਿੰਦੇ ਨੇ, ਅਤੇ ਨਾ ਹੀ ਉਹਨਾਂ ਦਾ ਮਨ ਵਸ ਵਿੱਚ ਆਇਆ ਹੈ ਜੀ, ਭਾਵ ਕਾਬੂ ਵਿੱਚ ਆ ਸਕਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਾਂ ਜੇ ਮਨੁੱਖਾ ਮਨ ਹਿਰਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜੇ, ਉਸ ਦੁਆਰਾ ਉਸ ਨੂੰ ਹਿਰਦੇ 'ਚ ਵਸਾਏ, ਤਾਂ ਇਹ ਆਪਣੇ ਮਨ ਨੂੰ ਤ੍ਰਿਸ਼ਨਾਵਾਂ ਕ੍ਰੋਧ ਨੂੰ ਕਾਬੂ ਵਿੱਚ ਕਰ ਸਕਦਾ ਹੈ ਜੀ। ਫਿਰ ਜੇ ਪਰਮੇਸ਼ਰ ਦਿਆਲ ਹੋਏ, ਫਿਰ ਗੁਰੂ ਜੀ ਕਹਿੰਦੇ ਹਨ, ਜੀਵ ਪਰਮੇਸ਼ਰ ਕਿਰਪਾ ਦਾ ਪਾਤਰ ਤਾਂ ਬਣ ਸਕਦਾ ਹੈ ਜੀ ਜੇ ਉਹ ਆਪਣੇ ਸੱਚ ਅਸਲ ਸੱਚ ਨਾਲ ਜੁੜੇ, ਜੋ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੈ ਜੀ। ਫਿਰ ਉਹਦੇ ਨਾਲ ਨਾਲ ਪਰਮੇਸ਼ਰ ਦਿਆਲ ਹੋਏ, ਤਾਂ ਜਾ ਕੇ ਅਸੀਂ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣ ਸਕਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਤਾਂ ਇਸ ਦੇ ਸਾਰੇ ਯਤਨ ਭਗਤੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਹਿਰਦੇ 'ਚ ਵਸਾਉਣਾ, ਮਨ 'ਚ ਵਸਾਉਣ ਦੀ ਜੁਗਤੀ ਸਿਰੇ ਚੜ੍ਹ ਜਾਂਦੀ ਹੈ ਜੀ, ਭਾਵ ਪੂਰੀ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮਨ ਨੂੰ ਵਸ ਵਿੱਚ ਕਰਨ ਦਾ ਤਰੀਕਾ ਅਤੇ ਪਰਮੇਸ਼ਰ ਦੀ ਕਿਰਪਾ ਨਾਲ ਹੀ ਇਹ ਸੰਭਵ ਹੈ ਜੀ। ਫਿਰ ਹੀ ਅਸੀਂ ਆਪਣੇ ਅਸਲ ਨੂੰ ਪਹਿਚਾਨ ਕੇ ਉਸ ਨਾਲ ਜੁੜ ਸਕਦੇ ਹਾਂ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ ਕਿ
बड़े बड़े ज्ञानी जोगी भी बड़े यतन करके हार गए, बड़े गुण गा गा के हार गए। पर जिन्नी देर ਅਸੀਂ ਆਪਣੀ ਅਸਲ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਕਾਬੂ ਤ੍ਰਿਸ਼ਨਾਵਾਂ ਨੂੰ ਕਾਬੂ 'ਚ ਨਹੀਂ ਲਿਆਂਦੇ ਜੀ, ਮਨ ਨੂੰ ਟਿਕਾਉਂਦੇ ਨਹੀਂ ਜੀ, ਕ੍ਰੋਧ ਨੂੰ ਖਤਮ ਨਹੀਂ ਕਰਦੇ ਜੀ, ਤਾਂ ਉਸਨੀ ਦੇਰ ਫਿਰ ਸਾਰੇ ਯਤਨ ਫਿੱਕੇ ਹੀ ਹਨ ਜੀ। ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰ ਵਸਾਉਣ ਨਾਲ, ਮਨ ਨੂੰ ਕਾਬੂ 'ਚ ਲਿਆਉਣ ਨਾਲ ਤ੍ਰਿਸ਼ਨਾਵਾਂ ਦੂਰ ਹੁੰਦੀਆਂ ਹਨ ਜੀ। ਅਤੇ ਫਿਰ ਗੁਰੂ ਵੀ ਫਿਰ ਦਿਆਲ ਹੁੰਦਾ ਹੈ ਜੀ ਅਤੇ ਆਪਣੀ ਕਿਰਪਾ ਕਰਦਾ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਜਾਂ ਨਾਨਕ ਹਰ ਪਾਪੈ ਦਿਆਲਾ ਤੋ ਸਾਬਿਤ ਬਨਿਆਈ, ਜਾਂ ਨਾਨਕ ਹਰ ਪੈ ਦਿਆਲਾ ਤੇ ਸਭ ਬਿਦ ਬਣਾਏ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।